अस्सलामुअलैकुम की हाल है सारिਆਂ ਦਾ ठीक ठाक हो से ठीक है। अल्लाह ताला ਤੁਹਾਨੂੰ ਸਭ ਨੂੰ ਆਪਣੇ ਹਿਫਜ਼ ਇਮਾਨ 'ਚ ਰੱਖੇ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਪਾਕਿਸਤਾਨੀ ਕਾਰੀਗਰ ਦੁਨੀਆ ਦੀ ਕਿਸੇ ਨੁੱਕਰ ਤੇ ਵੀ ਆਏ ਨੇ, ਪਤਾ ਮੰਨੇ ਜਾਂਦੇ ਨੇ, ਭਾਵੇਂ ਗੋਰਿਆਂ ਕੋਲ ਕੰਮ ਕਰਦੇ ਨੇ ਤੇ ਗੋਰੇ ਵੀ ਉਹਨਾਂ ਦਾ ਕੰਮ ਪਸੰਦ ਕਰਦੇ ਨੇ, ਜੇ ਕਿਸੇ ਅਰਬ ਮੁਲਕ 'ਚ ਨੇ ਤੇ ਅਰਬ ਮੁਲਕ ਵਾਲੇ ਵੀ ਉਹਨਾਂ ਦਾ ਕੰਮ ਪਸੰਦ ਕਰਦੇ ਨੇ। ਜਵਾਨ ਕਹਿੰਦਾ ਮੈਂ ਪਾਕਿਸਤਾਨ ਗਿਆ, ਪਾਕਿਸਤਾਨ ਜਾ ਕੇ ਮੈਂ ਘਰ ਦਾ ਕੰਮ ਕਰਵਾਉਣਾ ਸੀ। ਮੈਂ ਇੱਕ ਯਾਰ ਦੋਸਤ ਨੂੰ ਪੁੱਛਿਆ, ਮੈਂ ਕਿਹਾ ਯਾਰ ਕੋਈ ਚੰਗਾ ਜਿਹਾ ਕਾਰੀਗਰ ਹੈ ਜਿਹੜਾ ਮੈਨੂੰ ਘਰ ਕੰਮ ਕਰਦੇ? ਕਹਿੰਦਾ ਇੱਕ ਫਲਾਣਾ ਠੇਕੇਦਾਰ ਹੈ, ਉਹ ਬੜਾ ਸੋਹਣਾ ਕੰਮ ਕਰਦਾ। ਮੈਂ ਕਿਹਾ ਯਾਰ ਦੇ ਨੰਬਰ ਉਹਦਾ। ਕਹਿੰਦਾ ਉਹਨੇ ਨੰਬਰ ਦਿੱਤਾ, ਮੈਂ ਉਹਨੂੰ ਫੋਨ ਕੀਤਾ। ਮੈਂ ਕਿਹਾ ਭਾਈ ਇੰਜ ਘਰ ਦਾ ਕੰਮ ਕਰਾਉਣਾ। ਕਹਿੰਦਾ ਭਾਈ ਕੋਈ ਮਸਲਾ ਨਹੀਂ, ਕਰ ਦਿਆਂਗੇ। ਭਾਈ ਕਿਸ ਟਾਈਮ ਦੇਖਣ ਆਵੋਗੇ? ਕਹਿੰਦਾ ਮੈਂ ਭਾਈ ਜੀ ਘੰਟੇ ਡੇਢ ਤੱਕ ਤੁਹਾਡੇ ਕੋਲ ਆ ਜਾਵਾਂਗਾ। ਕਹਿੰਦਾ ਮੈਂ ਠੀਕ ਹੈ, ਮਿਹਰਬਾਨੀ, ਮੈਂ ਘਰ ਹੀ ਹਾਂ, ਤੁਸੀਂ ਆ ਜਾਓ। ਕਹਿੰਦਾ ਉਹ ਆ ਗਿਆ ਘੰਟੇ ਡੇਢ ਤੱਕ। ਮੈਂ ਦੱਸਿਆ ਉਹਨੂੰ ਕਿ ਆ ਭਾਈ ਇਹ ਘਰ ਦਾ ਕੰਮ ਕਰਾਉਣਾ, ਕਿਚਨ ਬਣਵਾਉਣਾ, ਫਲਾਣਾ ਕੰਮ ਕਰਾਉਣਾ। ਕਹਿੰਦਾ ਭਾਈ ਕਰ ਦਿਆਂਗੇ। ਮੈਂ ਕਿਹਾ ਪੈਸੇ ਕਿਤਨੇ ਭਾਈ? ਕਹਿੰਦਾ ਪੈਸੇ ਭਾਈ ਇਤਨੇ ਤੁਸੀਂ ਦੇ ਦਿਓ। ਕਹਿੰਦਾ ਮੈਂ ਕਿਹਾ ਕੋਈ ਮਸਲਾ ਨਹੀਂ ਭਾਈ, ਤੁਹਾਡਾ ਰੇਟ ਮੈਨੂੰ ਮਨਜ਼ੂਰ ਹੈ ਤੇ ਤੁਸੀਂ ਸ਼ੁਰੂ ਕਦੋਂ ਕਰੋਗੇ? ਕਹਿੰਦਾ ਭਾਈ ਸੁਬਹ ਹੀ ਅਸੀਂ ਸ਼ੁਰੂ ਕਰ ਲਾਂਗੇ, ਤੁਸੀਂ ਇੰਜ ਕਰੋ ਕੋਈ ਥੋੜ੍ਹਾ ਜਿਹਾ ਬਿਆਨਾ ਦੇ ਦਿਓ। ਕਹਿੰਦਾ ਮੈਂ ਕਿਹਾ ਕਿਤਨਾ? ਕਹਿੰਦਾ ਰੁਪਈਆ ਲੱਖ ਤੁਸੀਂ ਦੇ ਦਿਓ। ਕਹਿੰਦਾ ਮੈਂ ਕਿਹਾ ਠੀਕ ਹੈ। ਉਸੇ ਟਾਈਮ ਕਹਿੰਦਾ ਕੱਢ ਕੇ ਰੁਪਈਆ ਲੱਖ ਦਿੱਤਾ ਉਹਨੂੰ, ਲੱਖ ਦੇ ਕੇ ਟੁਰ ਗਿਆ। ਤੇ ਕਹਿੰਦਾ ਸੁਬਹ 7 ਵਜੇ ਅਸੀਂ ਇੱਥੇ ਹੋਵਾਂਗੇ। ਕਹਿੰਦਾ ਸੁਬਹ 7 ਵਜੇ ਮੈਂ ਘਰ ਦੇ ਨੂੰ ਆਖਿਆ ਪਰ ਬਰਤਨ ਸ਼ਰਤਨ ਜੋ ਵੀ ਆ ਆਪਣਾ ਸਮਾਨ ਸਮੇਟ ਲਓ ਕਿਉਂਕਿ ਉਹਨਾਂ ਕੰਮ ਸ਼ੁਰੂ ਕਰਨਾ। ਕਹਿੰਦਾ ਘਰ ਦੇ ਟਾਈਮ ਨਾਲ ਉੱਠ ਕੇ ਸਾਰੇ ਘਰ ਦੀ ਸਫਾਈ ਕਰ ਬਈ ਕੰਮ ਸ਼ੁਰੂ ਹੋਣ ਲੱਗਾ ਮਿਸਤਰੀਆਂ ਦਾ। ਕਹਿੰਦਾ ਇੰਤਜ਼ਾਰ ਕੀਤਾ, 7 ਤੋਂ 8 ਹੋ ਗਏ, 9 ਹੋ ਗਏ, 10 ਹੋ ਗਏ, ਕੋਨਾ ਪਰਤੇ। ਕਹਿੰਦਾ ਮੈਂ ਫੋਨ ਮਾਰਿਆ ਉਹਨੂੰ ਤੇ ਕੋਨਾ ਚੁੱਕੀ ਉਸੂ। ਕਹਿੰਦਾ ਥੋੜ੍ਹੀ ਦੇਰ ਬਾਅਦ ਫਿਰ ਫੋਨ ਮਾਰਿਆ, ਫਿਰ ਚੁੱਕੀ ਉਸੂ। ਕਹਿੰਦਾ ਉਹ ਭਾਈ ਸੋਰੀ ਮੈਂ ਅੱਜ ਆ ਨਹੀਂ ਸਕਾਂਗਾ, ਮੈਂ ਕਿਧਰੇ ਕੰਮ ਲੱਗੇ ਆ ਤੇ ਉਹ ਥੋੜ੍ਹਾ ਕਸਟਮਰ ਜਿਹੜਾ ਨਾ ਉਹ ਥੋੜ੍ਹਾ ਤੰਗ ਪਿਆ ਕਰਦਾ ਤੇ ਮੈਂ ਇਹਦਾ ਕੰਮ ਅੱਜ ਮੁਕਾ ਕੇ ਤੇ ਪਹੁੰਚ ਆਵਾਂਗਾ। ਕਹਿੰਦਾ ਮੈਂ ਕਿਹਾ ਚੱਲ ਕੋਈ ਮਸਲਾ ਨਹੀਂ, ਕੱਲ੍ਹ ਆਵੋਗੇ? ਕਹਿੰਦਾ ਕੱਲ੍ਹ ਆ ਜਾਵਾਂਗੇ, ਕੱਲ੍ਹ ਕੋਈ ਟੈਨਸ਼ਨ ਨਹੀਂ। ਕਹਿੰਦਾ ਚਲੋ ਕੱਲ੍ਹ ਆ ਜਿਓ। ਕਹਿੰਦਾ ਕੱਲ੍ਹ ਦੂਸਰਾ ਦਿਨ ਹੋ ਗਿਆ। ਕਹਿੰਦਾ ਫਿਰ ਇੰਤਜ਼ਾਰ ਕਰ ਕਰਕੇ ਕੋਨਾ ਆਇਆ। ਕਹਿੰਦਾ ਇੱਕ ਫੋਨ ਮਾਰਿਆ, ਦੂਜਾ ਫੋਨ ਮਾਰਿਆ, ਫੋਨ ਕੋਨਾ ਚੁੱਕੇ। ਕਹਿੰਦਾ 3 ਘੰਟੇ ਬਾਅਦ ਫੋਨ ਮਾਰੇ, ਭਾਈ ਯਾਰ ਇਹਦੇ ਨਾਲ ਝਗੜਾ ਹੋ ਗਿਆ। ਕਹਿੰਦਾ ਮੇਰਾ ਕੰਮ ਮੁਕਾਓ ਤੇ ਇਸ ਵਜ੍ਹਾ ਤੋਂ ਮੈਂ ਇੱਧਰ ਅੜੇਕੇ ਲੱਗਿਆ ਤੇ ਅੱਜ ਹਰ ਸੂਰਤ ਮੁਕਾ ਕੇ ਤੇ ਸੁਬਹ ਤੁਹਾਡੇ ਕੋਲ ਹੋਵਾਂਗੇ। ਕਹਿੰਦਾ ਮੈਂ ਕਿਹਾ ਬਿਆਨਾ ਵੀ ਲੈ ਗਿਆ ਤੇ ਮੈਨੂੰ ਖੱਜਲ ਵੀ ਕਰਦਾ ਪਿਆ। ਤੇ ਕਹਿੰਦਾ ਪਰ ਮੈਂ ਕਿਹਾ ਚਲੋ ਸੁਬਹ ਆ ਜਾਏਗਾ। ਕਹਿੰਦਾ ਸੁਬਹ ਫਿਰ ਕੋਨਾ ਆਇਆ। ਕਹਿੰਦਾ ਮੈਂ ਕਿਹਾ ਭਾਈ ਤੂੰ ਮੇਰਾ ਬਿਆਨਾ ਵਾਪਸ ਕਰ, ਜੇ ਤੂੰ ਨਹੀਂ ਆਉਣਾ ਤੇ। ਉਹਨੇ ਆਖਿਆ ਭਾਈ ਘਬਰਾਓ ਨਾ, ਹੈ ਵੀ ਤੁਹਾਨੂੰ ਪੈਸੇ ਵੀ ਲੱਭ ਜਾਣਗੇ ਜੇ ਤੁਸੀਂ ਲੈਣੇ ਨੇ, ਲੇਕਿਨ ਕੰਮ ਮੈਂ ਤੁਹਾਨੂੰ ਕਰ ਦਿਆਂਗਾ। ਉਹਨੇ ਯਾਰ ਕਿਸ ਤਰ੍ਹਾਂ ਤੂੰ ਕੰਮ ਕਰੇਗਾ, ਰੋਜ਼ ਮੈਨੂੰ ਤੂੰ ਲਾਰਾ ਲਾ ਦੇਣੇ, ਤੀਸਰਾ ਦਿਨ ਹੈ, ਮੈਂ ਵਾਪਸ ਵੀ ਜਾਣਾ। ਕਹਿੰਦਾ ਭਾਈ ਸੁਬਹ ਹਰ ਸੂਰਤ ਇਨਸ਼ਾਅੱਲਾ ਮੈਂ ਆ ਜਾਵਾਂਗਾ। ਕਹਿੰਦਾ ਠੀਕ ਹੈ ਯਾਰ ਸੁਬਹ ਆ ਜੀ। ਕਹਿੰਦਾ ਸੁਬਹ ਹੋਈ ਤੇ ਜਨਾਬ ਇੱਕ ਮਜ਼ਦੂਰ ਕਹਿੰਦਾ ਨੇ ਤੰਗਾਰੀ ਤੇ ਇੱਕ ਥੋੜੀ ਫੜੀ ਹੱਥ 'ਚ। ਕਹਿੰਦਾ ਉਹ ਆ ਗਿਆ। ਕਹਿੰਦਾ ਆਇਆ ਤੇ ਮੈਂ ਕਹਿੰਦਾ ਅਸਲਾਮੁ ਅਲੈਕੁਮ। ਮੈਂ ਥੋੜ੍ਹਾ ਜਿਹਾ ਹੌਸਲੇ 'ਚ ਹੋਇਆ ਕਿ ਚਲੋ ਬੰਦਾ ਟੋਰਿਆ। ਕਹਿੰਦਾ ਮੈਂ ਆਖਿਆ ਵੀ ਭਾਈ ਕੀ ਕਰੋਗੇ? ਕਹਿੰਦਾ ਭਾਈ ਇੱਥੋਂ ਨਾ ਮੈਂ ਇਹ ਫਰਸ਼ ਪੱਟਣਾ ਸਾਈਡਾਂ ਤੋਂ ਤੇ ਸ਼ੁਰੂ ਕਰਨਾ। ਕਹਿੰਦਾ ਮੈਂ ਕਿਹਾ ਤੁਸੀਂ ਪਹਿਲਾਂ ਫਰਸ਼ ਪੱਟਣਾ ਕਿ ਪਹਿਲਾਂ ਕਿਚਨ ਪੱਟਣਾ? ਕਹਿੰਦਾ ਫਰਸ਼ ਪੱਟ ਦਿਓ ਫਿਰ ਤੁਸੀਂ ਟੁਰੋ ਫਿਰੋਗੇ ਕਿੱਥੇ? ਕਹਿੰਦਾ ਪਹਿਲਾਂ ਉਤਲਾ ਕੰਮ ਕਰਨਾ ਫਿਰ ਹੀ ਥੱਲੜਾ ਕਰਨਾ। ਕਹਿੰਦਾ ਨਹੀਂ ਭਾਈ ਰਾ ਮੈਨੂੰ ਆਖਿਆ ਜਾ ਕੇ ਤੂੰ ਫਰਸ਼ ਪੱਟ। ਕਹਿੰਦਾ ਮੈਂ ਫਿਰ ਉਹਨੂੰ ਫੋਨ ਮਾਰਿਆ, ਮੈਂ ਕਿਹਾ ਯਾਰ ਇਹ ਕੀ ਕੰਮ ਕਰਨ ਲੱਗਾ ਤੂੰ? ਕਹਿੰਦਾ ਕੰਮ ਤੂੰ ਸ਼ੁਰੂ ਕਰਨਾ ਤੂੰ ਪਹਿਲਾਂ ਫਰਸ਼ ਪੱਟਣ ਲੱਗਾ। ਉਹ ਨਹੀਂ ਭਾਈ ਆ ਪੈਪ ਕੱਢਣੇ ਨਾ ਵਿੱਚੋਂ, ਪਹਿਲਾਂ ਪੈਪ ਕੱਢ ਕੇ ਤੇ ਫਿਰ ਦੂਜੇ ਨਵੇਂ ਪੈ ਜਾਣਗੇ ਨਾ ਤੇ ਮਸਲਾ ਹੱਲ। ਕਹਿੰਦਾ ਯਾਰ ਉੱਤੋਂ ਦੇ ਸ਼ੁਰੂ ਕਰ, ਫਿਰ ਪੈਪ ਬਾਅਦ 'ਚ ਪਾ ਲਈ। ਕਹਿੰਦਾ ਨਹੀਂ ਭਾਈ ਤੁਸੀਂ ਕਰਨ ਦਿਓ। ਠੀਕ ਹੈ ਯਾਰ ਤੂੰ ਕਰ ਲੈ ਫਿਰ। ਕਹਿੰਦਾ ਮਜ਼ਦੂਰ 2-3 ਥੋੜੀਆਂ ਮਾਰ ਕੇ ਕਦੇ ਸਿਗਰਟ ਪੀਣ ਉੱਤੇ ਟੁਰ ਜੇ, ਕਦੇ ਬਾਹਰ ਟੁਰ ਜੇ। ਕਹਿੰਦਾ ਪੂਰੀ ਦਿਹਾੜ 'ਚ ਉਹਨੇ 1 ਫੁੱਟ ਵੀ ਜਿਹੜਾ ਨਾ ਉਹਨੇ ਨਾ ਪੱਟਿਆ। ਕਹਿੰਦਾ ਪਰ ਮੈਂ ਕਿਹਾ ਯਾਰ ਹੁਣ ਠੀਕ ਹੈ, ਉਹਦੇ ਨਾਲ ਮੇਰੀ ਠੇਕੇ 'ਚ ਗੱਲ ਹੋਈ ਹੈ, ਮੈਨੂੰ ਕੀ ਲੱਗੇ। ਕਹਿੰਦਾ ਦੂਜੇ ਦਿਨ ਮਜ਼ਦੂਰ ਵੀ ਕੋਨਾ ਆਇਆ। ਕਹਿੰਦਾ ਤੂੰ ਖੱਡਾ ਪਾਟ ਦਿੱਤੇ ਉਹਨਾਂ ਨੇ। ਕਹਿੰਦਾ ਫਿਰ ਉਹਨੂੰ ਮੈਂ ਫੋਨ ਮਾਰਿਆ, ਯਾਰ ਤੇਰਾ ਤੇ ਅਜੋ ਮਜ਼ਦੂਰ ਵੀ ਕੋਈ ਨਹੀਂ ਆਇਆ। ਉਹ ਭਾਈ ਬਿਮਾਰ ਹੋ ਗਿਆ ਤੇ ਉਹ ਸੁਬਹ ਆ ਜਾਏਗਾ। ਕਹਿੰਦਾ ਮੈਂ ਕਿਹਾ ਮੇਰੀ ਗੱਲ ਸੁਣ, ਤੂੰ ਰੁਪਈਆ ਲੱਖ ਮੇਰੇ ਕੋਲ ਲੈ ਗਏ ਤੇ ਮਿਹਰਬਾਨੀ ਕਰ ਜਾਂ ਮੈਨੂੰ ਪੈਸੇ ਦੇ ਤੇ ਜਾਂ ਕੇ ਕੰਮ ਸ਼ੁਰੂ ਕਰ ਬੰਦੇ ਯਾਰ। ਉਹਨੇ ਆਖਿਆ ਭਾਈ ਸੁਬਹ ਨਾਲ 2 ਮਿਸਤਰੀ ਵੀ ਕਾਰੀਗਰ ਆ ਜਾਣਗੇ ਤੇ ਮਜ਼ਦੂਰ ਵੀ ਆ ਜਾਏਗਾ। ਉਹਨੇ ਆਖਿਆ ਸੁਬਹ ਲਾਜ਼ਮੀ ਆਉਣੇ ਚਾਹੀਦੇ, ਨਹੀਂ ਤਾਂ ਮੈਨੂੰ ਰੁਪਈਏ ਵਾਪਸ ਦੇ। ਕਹਿੰਦਾ ਭਾਈ ਸੁਬਹ ਆ ਜਾਣਗੇ। ਕਹਿੰਦਾ ਸੁਬਹ ਫਿਰ ਕੋਣ ਆਏ? ਕਹਿੰਦਾ ਜਿਸ ਬੰਦੇ ਨੇ ਮੈਨੂੰ ਨੰਬਰ ਦਿੱਤਾ ਸੀ, ਮੈਂ ਕਿਹਾ ਯਾਰ ਇਹਦਾ ਮੈਨੂੰ ਘਰ ਦੱਸ, ਮੈਂ ਇਹਦੇ ਕੋਲ ਜਾ ਕੇ ਪੈਸੇ ਤੇ ਲਵਾਂ। ਕਹਿੰਦਾ ਮੈਂ ਆਂਦਾ ਚੱਲ ਮੇਰੇ ਨਾਲ। ਕਹਿੰਦਾ ਉਹਨੂੰ ਮੋਟਰਸਾਈਕਲ 'ਤੇ ਭਾਲਿਆ ਸਿੱਧਾ ਉਹਦੇ ਘਰ। ਕਹਿੰਦਾ ਘਰ ਜਾ ਕੇ ਉਹਨੂੰ ਪੁੱਛਿਆ ਕਿ ਘਰ ਹੀ ਆ? ਕਹਿੰਦਾ ਨਹੀਂ ਘਰ ਕੋ ਨਹੀਂ, ਉਹ ਤਾਂ ਕੰਮ 'ਤੇ ਨੇ। ਇਹ ਕਿਹੜੀ ਜਗ੍ਹਾ ਕੰਮ 'ਤੇ ਨੇ? ਜੀ ਫਲਾਣੇ ਪਿੰਡ ਗਏ ਨੇ ਕੰਮ 'ਤੇ। ਕਹਿੰਦਾ ਮੈਂ ਕਿਹਾ ਚੱਲ ਮੈਨੂੰ ਉਸੇ ਪਿੰਡ ਲੈ ਚੱਲ। ਕਹਿੰਦਾ ਪੂਰਾ ਪਿੰਡ ਫਿਰਿਆ ਲੇਕਿਨ ਉਹ ਮੈਨੂੰ ਨਾ ਲੱਭਾ। ਕਹਿੰਦਾ ਮੈਂ ਕੰਮ ਸ਼ੁਰੂ ਕਰਾਉਣਾ ਸੀ, ਮੈਂ ਕਿਹਾ ਇਹਨੂੰ ਦਫਾ ਮਾਰੋ, ਹੁਣ ਇਹਨੂੰ ਫੋਨ ਨਹੀਂ ਮਾਰਨਾ, ਕੰਮ ਤੇ ਮੈਂ ਆਪਣਾ ਸ਼ੁਰੂ ਕਰਾਂ। ਕਹਿੰਦਾ ਮੈਂ ਇਹਨੂੰ ਦੱਸਿਆ ਬੰਦੇ ਨੇ ਕਿ ਸੁਬਹ ਅੱਡੇ 'ਤੇ ਜਾਓ, ਉੱਥੇ ਜਿਹੜੇ ਨਾ ਕਾਰੀਗਰ ਬੈਠੇ ਹੁੰਦੇ ਨੇ ਤੇ ਉਹਨਾਂ ਨਾਲ ਜਾ ਕੇ ਗੱਲ ਕਰੋ ਤੇ ਕੰਮ ਵੀ ਬੜਾ ਸੋਹਣਾ ਕਰ ਦਿੰਦੇ ਨੇ ਕਿਉਂਕਿ ਮਜਬੂਰ ਹੁੰਦੇ ਨੇ। ਕਹਿੰਦਾ ਮੈਂ ਕਿਹਾ ਚਲੋ। ਕਹਿੰਦਾ ਸੁਬਹ ਉੱਠਿਆ, ਮੈਂ ਜਾ ਕੇ ਅੱਡੇ 'ਤੇ ਗਿਆ ਤਾਂ ਕਿਹਾ ਕਾਫੀ ਮਜ਼ਦੂਰ ਕਈਆਂ ਬੇਲਚੇ ਲੈ ਕੇ ਬੈਠੇ, ਕੋਈ ਕਾਂਡੀ ਤੇਸੀ ਫੜ ਕੇ ਬੈਠੇ ਆ। ਕਹਿੰਦਾ ਮੈਂ ਪੁੱਛਿਆ ਹਾਂਜੀ ਭਾਈ ਜੀ ਮਿਸਤਰੀ ਹੋ? ਕਹਿੰਦਾ ਮਿਸਤਰੀ ਆ।
ਕਹਿੰਦਾ ਯਾਰ ਮੈਂ ਅੱਜ ਘਰ ਦਾ ਕੰਮ ਕਰਵਾਉਣਾ ਤੇ ਕਹਿੰਦਾ ਭਾਈ ਕੋਈ ਮਸਲਾ ਨਹੀਂ, ਕਰ ਦਿਆਂਗੇ। ਕਹਿੰਦਾ ਸਿਗਰਟ ਦਾ ਬੜਾ ਲੰਮਾ ਜਿਹਾ ਸੂਟਾ ਲਾ ਕੇ ਨਾ ਤੇ ਕਹਿੰਦਾ ਕੋਈ ਮਸਲਾ ਨਹੀਂ ਭਾਈ, ਕਰ ਦਿਆਂਗੇ। ਕਹਿੰਦਾ ਮੈਂ ਕਿਹਾ ਤੇ ਦਿਹਾੜੀ? ਕਹਿੰਦਾ ਭਾਈ ਦਿਹਾੜੀ ਮੇਰੀ 900 ਹੈ, ਕਿਉਂਕਿ ਕੰਮ ਆ ਤਸੱਲੀ ਦਾ ਹੋਵੇਗਾ ਤੇ ਦਿਹਾੜੀ ਮੇਰੀ 900 ਦੀ ਹੈ। ਮੈਂ ਕਿਹਾ ਠੀਕ ਹੈ ਕੋਈ ਮਸਲਾ ਨਹੀਂ। ਮੈਂ ਕਿਹਾ ਚੱਲ ਮੇਰੇ ਨਾਲ ਫਿਰ। ਕਹਿੰਦਾ ਨਾਲ ਆਇਆ, ਆ ਕੇ ਮੈਨੂੰ ਦੱਸਿਆ ਵੀ ਇਹ ਕੰਮ ਹੈ। ਕਹਿੰਦਾ ਕੋਈ ਚਾਹ ਪਾਣੀ? ਕਹਿੰਦਾ ਆਪੂ ਹੀ ਪੁੱਛੀ ਉਸ ਚਾਹ ਪਾਣੀ। ਕਹਿੰਦਾ ਮੈਂ ਚਾਹ ਪਾਣੀ ਦਿੱਤਾ। ਕਹਿੰਦਾ ਇੱਟਾਂ 4-5 ਚੁੱਕ ਕੇ ਸਾਈਡ 'ਤੇ ਕਰਕੇ ਤੇ ਜਨਾਬ ਤੇਸੀ ਨਾਲ ਥੋੜ੍ਹੀਆਂ ਜਿਹੀਆਂ ਲਾ ਲੂ ਕੇ ਤੇ ਮੈਨੂੰ ਕਹਿੰਦਾ ਭਾਈ ਚੰਗਾ ਫਿਰ ਮੈਂ ਚੱਲਣਾ ਤੇ ਤੁਸੀਂ ਇੰਝ ਕਰੋ ਮੈਨੂੰ ਅੱਜ ਦੀ ਦਿਹਾੜੀ ਦੇ ਦਿਓ। ਕਹਿੰਦਾ ਮੈਂ ਕਿਹਾ ਅੱਜ ਦੀ ਦਿਹਾੜੀ ਤੈਨੂੰ ਕਿੱਥੋਂ ਦਿਆਂ, ਤੂੰ ਇਹ ਕੰਮ ਤਾਂ ਸ਼ੁਰੂ ਕੀਤਾ ਕੋ ਨਹੀਂ, 2 ਇੱਟਾਂ ਸਾਫ਼ ਕਰਕੇ ਤੂੰ ਆਨੇ ਮੈਂ ਚੱਲਾਂ। ਨਹੀਂ ਭਾਈ ਕੱਲ੍ਹ ਤੂੰ ਜਿਹੜਾ ਨਾ ਰੂਟੀਨ ਨਾਲ ਕੰਮ ਕਰਾਂਗੇ ਤੇ ਤੁਸੀਂ ਅੱਜ ਦੀ ਦਿਹਾੜੀ ਦੇ ਦਿਓ। ਮੈਂ ਕਿਹਾ ਚੱਲ ਯਾਰ ਅੱਜ ਦੀ ਦਿਹਾੜੀ ਨੂੰ ਦੇ ਦੇਣਾ। ਤੇ ਕਹਿੰਦਾ ਮੈਂ ਕਿਹਾ ਸੁਬਾਹ ਕਿਸ ਟਾਈਮ ਆਵੋਗੇ? ਕਹਿੰਦਾ ਭਾਈ ਸੁਬਾਹ ਅਸੀਂ 7 ਵਜੇ ਇੱਥੇ ਹੋਵਾਂਗੇ। ਕਹਿੰਦਾ ਮੈਂ ਕਿਹਾ ਠੀਕ ਹੈ। ਕਹਿੰਦਾ ਸੁਬਾਹ 7 ਹੋ ਗਏ, ਕਾਰੀਗਰ ਸਾਹਿਬ 900 ਲੈ ਗਏ ਤੇ ਪਰਤ ਕੇ ਉਹ ਨਜ਼ਰ ਹੀ ਨਾ ਆਏ। ਕਹਿੰਦਾ ਮੈਂ ਉਹਦੇ ਕੋਲ ਫ਼ੋਨ ਨੰਬਰ ਹੀ ਕੋ ਨਾ ਲਿਆ। ਫਿਰ ਮੈਂ ਅੱਡੇ 'ਤੇ ਗਿਆ, ਮੈਂ ਉੱਥੇ ਜਾ ਪੁੱਛਿਆ ਯਾਰ ਕੱਲ੍ਹ ਮੈਂ ਤੂੰ ਜਿਹੜਾ ਉਹ ਮਿਸਤਰੀ ਖੜਿਆ ਸੀ। ਕਹਿੰਦਾ ਭਾਈ ਇੱਥੇ ਬੜੇ ਆ ਕੇ ਬੰਦੇ ਨੇ, ਸਾਨੂੰ ਕੀ ਪਤਾ ਕੌਣ ਹੈ। ਕਹਿੰਦਾ ਮੈਂ ਕਿਹਾ ਚੰਗਾ ਰਹਿ। ਕਹਿੰਦਾ ਫਿਰ ਉੱਥੋਂ ਇੱਕ ਹੋਰ ਬੰਦੇ ਨਾਲ ਗੱਲ ਕੀਤੀ, ਉਹਨੂੰ ਨਾਲ ਲਿਆ। ਕਹਿੰਦਾ ਉਹਨੇ ਆਖਿਆ ਜੀ ਭਾਈ ਮੈਂ ਇਕੱਲਾ ਨਹੀਂ ਕਰਾਂਗਾ, ਨਾਲ 2 ਮਜ਼ਦੂਰ ਹੋਣਗੇ। ਕਹਿੰਦਾ 2 ਮਜ਼ਦੂਰ ਲਏ ਉਹਨੇ, ਆ ਕੇ ਘਰ ਦੱਸਿਆ, ਉਹਨਾਂ ਪੱਟਣਾ ਸ਼ੁਰੂ ਕਰਦਾ। ਉਹਨਾਂ ਸਾਰਾ ਕਿਚਨ ਪਾਟ ਦਿੱਤਾ। ਕਹਿੰਦਾ ਕਿਚਨ ਪਾਟ ਦਿੱਤਾ ਤੇ ਸ਼ੈਲਫਾਂ ਲਾਉਣੀਆਂ ਸੀ ਕਿਚਨ 'ਤੇ। ਕਹਿੰਦਾ ਭਾਈ ਲਾ ਦਿਆਂ। ਕਹਿੰਦਾ ਨਵਾਂ ਮਾਰਬਲ ਮੰਗਾ ਕੇ ਤੇ ਮੈਂ ਕਿਹਾ ਯਾਰ ਲਾਓ ਤੇ। ਕਹਿੰਦਾ ਉਹਨੇ ਆਪੂ ਕਟਾਈ ਕਟੂਈ ਕੀਤੀ। ਕਹਿੰਦਾ ਕੰਧ ਨਾਲੋਂ ਇੰਨਾ ਨਾ ਉਹਨੇ ਗੈਪ ਨਾਲੋਂ ਛੱਡ ਦਿੱਤਾ। ਕਹਿੰਦਾ ਇੰਨਾ ਮਹਿੰਗਾ ਮਾਰਬਲ। ਕਹਿੰਦਾ ਮੈਂ ਕਿਹਾ ਯਾਰ ਇਹ ਤੂੰ ਕੀ ਕੀਤਾ? ਉਹ ਕਹਿੰਦਾ ਯਾਰ ਭਾਈ ਇਹਨੂੰ ਥੋੜ੍ਹਾ ਨਾਲ ਕਰਾਂਗਾ ਤੇ ਠੀਕ ਹੋ ਜਾਏਗਾ। ਕਹਿੰਦਾ ਨਾਲ ਤੂੰ ਕਿਸ ਤਰ੍ਹਾਂ ਕਹੇਂਗਾ, ਤੂੰ ਕਿਚਨ ਦੇ ਜਿਹੜੇ ਨੇ ਉਹ ਡੱਬੇ ਉਹ ਛੋਟੇ ਹੋ ਜਾਣਗੇ ਤੇ ਤੂੰ ਕਿਸ ਤਰ੍ਹਾਂ ਇਹਨੂੰ ਛੋਟਾ ਕਰੇਂਗਾ ਇਸ ਤਰ੍ਹਾਂ? ਕਹਿੰਦਾ ਭਾਈ ਫਿਰ ਇੰਝ ਕਰੋ ਹੋਰ ਮੰਗਾ ਲਓ, ਫਿਰ ਇਹ ਮੈਂ ਨਾਪਿਆ ਤੇ ਗਲਤ ਹੋ ਗਿਆ। ਕਹਿੰਦਾ ਮੈਂ ਕਿਹਾ ਖੁਦਾ ਦਾ ਨਾਂ ਜੇ ਛੱਡੋ ਜਾਨ ਇੱਥੋਂ ਨਿਕਲੋ ਇੱਥੋਂ। ਕਹਿੰਦਾ ਫਿਰ ਕਿਧਰੇ ਜਾ ਕੇ ਹੋਰ ਮੈਂ ਠੇਕੇਦਾਰ ਢੂੰਡਿਆ ਤੇ ਉਹਦੇ ਕੋਲੋਂ ਮੈਂ ਕੰਮ ਕਰਾਇਆ ਤੇ ਜਿਹੜਾ ਮੇਰਾ ਲੱਖ ਸੀ ਉਹ ਵੀ ਮੈਨੂੰ ਕੋਨਾ ਲੱਭਾ, ਮੇਰਾ ਫੋਨ ਹੀ ਨਹੀਂ ਚੁੱਕਦਾ ਆ। ਤੇ ਕਹਿੰਦਾ ਇਹ ਵੀ ਢੇਰ ਪੈਸੇ ਲੈ ਗਏ ਮੇਰੇ ਕੋਲੋਂ। ਕਹਿੰਦਾ ਕਾਰੀਗਰ ਹੋਣਗੇ ਲੇਕਿਨ ਜਿਹੜਾ ਮੈਂ ਕੰਮ ਕਰਾਇਆ ਉਹ ਮੈਨੂੰ ਪਤਾ ਕਿ ਮੈਂ ਕਿਤਨਾ ਖੱਜਲ ਖੁਆਰ ਹੋਇਆ। ਕਹਿੰਦਾ ਉੱਥੇ ਵੀ ਟਾਈਮ ਤੇ ਟਾਈਮ ਦੇਈ ਜਾਂਦੇ ਨੇ, ਬਸ ਕਹਿੰਦੇ ਨੇ ਪੈਸੇ ਸਾਨੂੰ ਦੇ ਦਿਓ ਬਾਕੀ ਸਾਨੂੰ ਕੁਝ ਨਾ ਆਖੋ। ਤੇ ਇਸ ਤਰ੍ਹਾਂ ਹੋ ਜਾਂਦਾ, ਲੇਕਿਨ ਇੰਝ ਨਹੀਂ ਕਰਨਾ ਚਾਹੀਦਾ। ਬੰਦਾ ਜੇ ਪੈਸੇ ਠੀਕ ਦਿੰਦੇ ਨੇ ਤਾਂ ਕੰਮ ਕਰਨਾ ਚਾਹੀਦਾ। ਅਗਰ ਮੇਰੀ ਗੱਲ ਅੱਛੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰਦੇ ਹੋ ਤੇ ਦਿਲ ਖੁਸ਼ ਹੁੰਦਾ ਹੈ। ਤੇ ਦੁਆਵਾਂ 'ਚ ਯਾਦ ਰੱਖਿਆ ਕਰੋ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਅੱਲਾ ਹਾਫਿਜ਼।